ਅੱਜ ਤੱਕ ਕਿਸੇ ਮਰਦ ਨੇ ਮੇਰੀ ਪਤਨੀ ਨੂੰ ਦੇਖਿਆ ਨਹੀਂ ਸੀ। ਸ਼ਾਇਦ ਇਹ ਉਸ ਦੀ ਪਵਿੱਤਰਤਾ ਹੀ ਸੀ ਜੋ ਉਹ ਐਨੀ ਖੂਬਸੂਰਤ ਸੀ। ਮੈਂ ਜਦ ਵੀ ਕਮਰੇ ਵਿੱਚ ਆਉਂਦਾ ਤਾਂ ਉਹ ਪੂਜਾ ਪਾਠ ਹੀ ਕਰਦੀ ਹੁੰਦੀ। ਮੈਂ ਬਹੁਤ ਖੁਸ਼ ਹੁੰਦਾ ਕਿ ਪ੍ਰਮਾਤਮਾ ਨੇ ਮੈਨੂੰ ਕਿੰਨੀ ਚੰਗੀ ਪਤਨੀ ਦਿੱਤੀ ਹੈ। ਜਦ ਤੱਕ ਉਹ ਪੂਜਾ ਪਾਠ ਕਰਦੀ ਮੈਂ ਆਪਣੀ ਬੁੱਢੀ ਮਾਂ ਦੇ ਕੋਲ ਬੈਠਾ ਰਹਿੰਦਾ, ਜਿਹੜੀ ਕਿ ਮੰਜੇ 'ਤੇ ਪਈ ਸੀ। ਪਰ ਉਸ ਵਕਤ ਮੈਨੂੰ ਬਹੁਤ ਹੈਰਾਨੀ ਹੁੰਦੀ ਜਦੋਂ ਮੇਰੀ ਮਾਂ ਮੈਨੂੰ ਇਸ਼ਾਰਿਆਂ ਵਿੱਚ ਕਹਿੰਦੀ ਕਿ ਆਪਣੀ ਪਤਨੀ ਨੂੰ ਤਲਾਕ ਦੇ ਦੇ। ਮਾਂ ਦੀਆਂ ਇਹਨਾਂ ਗੱਲਾਂ ਤੋਂ ਮੈਂ ਨਾਰਾਜ਼ ਹੋ ਜਾਂਦਾ ਕਿ ਇੰਨੀ ਸੇਵਾ ਕਰਨ ਵਾਲੀ ਬਹੂ ਤਾਂ ਮਿਲੀ ਹੈ, ਤੁਹਾਨੂੰ ਉਹ ਫਿਰ ਵੀ ਪਸੰਦ ਨਹੀਂ ਹੈ। ਇੱਕ ਦਿਨ ਮੈਂ ਜਲਦੀ ਘਰ ਆ ਗਿਆ ਤਾਂ ਦੇਖਿਆ ਕਿ ਪਤਨੀ ਉਸ ਵਕਤ ਵੀ ਪੂਜਾ ਪਾਠ ਕਰ ਰਹੀ ਸੀ। ਮੈਂ ਉਸ ਨੂੰ ਸਰਪ੍ਰਾਈਜ਼ ਦੇਣ ਲਈ ਉਸਦੇ ਪਿੱਛੇ ਹੀ ਖੜਾ ਹੋ ਗਿਆ। ਜਿਵੇਂ ਹੀ ਉਸਨੇ ਮੈਨੂੰ ਆਵਾਜ਼ ਦਿੱਤੀ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਉਹ ਤਾਂ ਅੱਜ ਮੇਰੀ ਤਬੀਅਤ ਠੀਕ ਨਹੀਂ ਸੀ। ਇਸ ਲਈ ਮੈਂ ਆਪਣੇ ਆਫਿਸ ਤੋਂ ਘਰ ਜਲਦੀ ਆ ਗਿਆ। ਹੁਣ ਤਾਂ ਮੇਰਾ ਵਿਆਹ ਵੀ ਹੋ ਗਿਆ ਸੀ। ਮੇਰੀ ਖੁਸ਼ਕਿਸਮਤੀ ਇਹ ਸੀ ਕਿ ਮੈਨੂੰ ਰਜਨੀ ਵਰਗੀ ਚੰਗੀ ਤੇ ਪਿਆਰੀ ਪਤਨੀ ਮਿਲੀ ਸੀ। ਮੈਂ ਘਰ ਆ ਗਿਆ ਤੇ ਆਪਣੇ ਕਮਰੇ ਵਿੱਚ ਆ ਕੇ ਲੇਟ ਗਿਆ, ਜਦ ਕਿ ਰਜਨੀ ਪੂਜਾ ਪਾਠ ਕਰਨ ਵਿੱਚ ਵਿਅਸਤ ਸੀ। ਉਸ ਨੂੰ ਪੂਜਾ ਪਾਠ ਕਰਦੇ ਦੇਖ ਮੇਰਾ ਦਿਲ ਬਾਗ-ਬਾਗ ਹੋ ਗਿਆ ਸੀ। ਮੈਂ ਕਿਹਾ, ਰਜਨੀ, ਮੇਰੀ ਅੱਜ ਤਬੀਅਤ ਖਰਾਬ ਹੈ। ਪੂਜਾ ਪਾਠ ਖਤਮ ਕਰਨ ਤੋਂ ਬਾਅਦ ਮੇਰੇ ਲਈ ਇੱਕ ਕੱਪ ਚਾਹ ਦਾ ਬਣਾ ਦਈਂ। ਇਸ ਤਰ੍ਹਾਂ ਕਹਿ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ, ਕਿਉਂਕਿ ਪਿਛਲੇ 1.5 ਸਾਲ ਤੋਂ ਮੈਂ ਆਪਣੇ ਛੋਟੇ ਵੱਡੇ ਕੰਮ ਸਾਰੇ ਖੁਦ ਹੀ ਕਰਦਾ ਸੀ, ਕਿਉਂਕਿ ਮੇਰੀ ਮਾਂ ਨੂੰ ਪੈਰਾਲਾਈਸਿਸ ਦਾ ਅਟੈਕ ਹੋ ਚੁੱਕਿਆ ਸੀ ਤੇ ਉਹ ਵਿਚਾਰੀ ਮੰਜੇ 'ਤੇ ਹੀ ਪਈ ਸੀ। ਮੇਰੀ ਤਬੀਅਤ ਖਰਾਬ ਹੋਣ 'ਤੇ ਵੀ ਮੈਨੂੰ ਸਾਰਾ ਕੰਮ ਕਰਨਾ ਪੈਂਦਾ ਸੀ, ਜਦ ਕਿ ਮੈਂ ਆਪਣੀ ਮਾਂ ਦੇ ਲਈ ਘਰ ਵਿੱਚ ਇੱਕ ਨਰਸ ਰੱਖੀ ਹੋਈ ਸੀ, ਜਿਸ ਨੂੰ ਕਿ ਮੈਂ ਤਨਖਾਹ ਦਿੰਦਾ ਸੀ। ਮੇਰੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਮੈਂ ਪਏ-ਪਏ ਹੀ ਸੌਂ ਗਿਆ। ਜਦ ਰਾਤ ਨੂੰ 1 ਵਜੇ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਭੁੱਖ ਨਾਲ ਬੇਹਾਲ ਸੀ। ਮੈਂ ਜਦ ਉੱਠ ਕੇ ਦੇਖਿਆ ਤਾਂ ਮੇਰੀ ਪਤਨੀ ਅਜੇ ਵੀ ਪੂਜਾ ਪਾਠ ਹੀ ਕਰ ਰਹੀ ਸੀ। ਮੈਂ ਇੱਕ ਨਜ਼ਰ ਉਸ ਵੱਲ ਦੇਖਿਆ ਤੇ ਫਿਰ ਕਮਰੇ 'ਚੋਂ ਬਾਹਰ ਆ ਗਿਆ। ਮੈਂ ਰਸੋਈ ਵਿੱਚ ਗਿਆ ਤੇ ਫਰਿੱਜ ਵਿੱਚੋਂ ਖਾਣਾ ਕੱਢਿਆ ਤੇ ਗਰਮ ਕਰਨ ਲੱਗਾ। ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਸ਼ਿਕਾਇਤ ਪੈਦਾ ਹੋ ਗਈ ਸੀ ਕਿ ਕੀ ਹੁੰਦਾ ਜੇ ਰਜਨੀ ਮੇਰੇ ਲਈ ਇੱਕ ਕੱਪ ਚਾਹ ਬਣਾ ਦਿੰਦੀ। ਮੈਂ ਉਸ ਨੂੰ ਦੱਸਿਆ ਵੀ ਸੀ ਕਿ ਮੇਰੀ ਤਬੀਅਤ ਖਰਾਬ ਹੈ, ਪਰ ਉਸ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਹੈ। ਖਾਣਾ ਖਾਂਦੇ ਹੋਏ ਮੈਂ ਰਜਨੀ ਦੇ ਬਾਰੇ ਸੋਚ ਰਿਹਾ ਸੀ। ਸਾਡੇ ਵਿਆਹ ਨੂੰ 10 ਦਿਨ ਹੋ ਗਏ ਸਨ। ਇਹਨਾਂ 10 ਦਿਨਾਂ ਵਿੱਚ ਉਸਨੇ ਮੈਨੂੰ ਆਪਣੇ ਆਪ ਨਾਲ ਗੱਲ ਕਰਨ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਸੀ। ਉਹ ਹਮੇਸ਼ਾ ਪੂਜਾ ਪਾਠ ਵਿੱਚ ਹੀ ਲੱਗੀ ਰਹਿੰਦੀ ਸੀ। ਮੈਨੂੰ ਇਹ ਲੱਗਣ ਲੱਗਿਆ ਸੀ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਖਾਣਾ ਖਾਣ ਤੋਂ ਬਾਅਦ ਮੇਰਾ ਧਿਆਨ ਮੇਰੀ ਮਾਂ ਵੱਲ ਗਿਆ, ਕਿਉਂਕਿ ਉਹਨਾਂ ਦੇ ਕਮਰੇ ਤੋਂ ਹਾਏ-ਹਾਏ ਦੀ ਆਵਾਜ਼ ਆ ਰਹੀ ਸੀ। ਮੈਂ ਜਲਦੀ ਨਾਲ ਖਾਣਾ ਖਾ ਕੇ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਹਨਾਂ ਨੇ ਆਪਣੇ ਪੈਰ ਵੱਲ ਇਸ਼ਾਰਾ ਕੀਤਾ। ਸ਼ਾਇਦ ਮਾਂ ਦੇ ਪੈਰਾਂ ਵਿੱਚ ਦਰਦ ਹੋ ਰਿਹਾ ਸੀ, ਇਸ ਲਈ ਮੈਂ ਪੈਰਾਂ ਨੂੰ ਦਬਾਉਣ ਲੱਗਿਆ। ਮੈਂ ਮਾਂ ਨੂੰ ਬਹਾਨੇ ਦੇ ਨਾਲ ਪੁੱਛਿਆ ਕਿ ਮਾਂ, ਰਜਨੀ ਤੁਹਾਨੂੰ ਬਹੂ ਦੇ ਰੂਪ ਵਿੱਚ ਕਿਵੇਂ ਲੱਗਦੀ ਹੈ? ਮੇਰੇ ਵਿਆਹ ਨੂੰ ਅਜੇ ਕੁਝ ਹੀ ਦਿਨ ਹੋਏ ਸਨ, ਇਸ ਲਈ ਮੈਂ ਆਪਣੀ ਮਾਂ ਨੂੰ ਉਹਨਾਂ ਦੀ ਪਸੰਦ ਦੇ ਬਾਰੇ ਪੁੱਛਣਾ ਚਾਹੁੰਦਾ ਸੀ। ਰਜਨੀ ਦਾ ਨਾਮ ਸੁਣਦੇ ਹੀ ਮਾਂ ਨੇ ਨਫ਼ਰਤ ਨਾਲ ਮੂੰਹ ਫੇਰ ਲਿਆ ਸੀ। ਮੈਂ ਉਹਨਾਂ ਦੇ ਰਵੱਈਏ ਨੂੰ ਸਮਝ ਨਾ ਸਕਿਆ। ਮੈਂ ਆਪਣੇ ਸਵਾਲ ਨੂੰ ਦੁਹਰਾਇਆ ਤੇ ਕਿਹਾ ਕਿ ਮਾਂ, ਰਜਨੀ ਚੰਗੀ ਹੈ ਨਾ? ਤੁਹਾਡਾ ਖਿਆਲ ਤਾਂ ਰੱਖਦੀ ਹੈ ਨਾ? ਮਾਂ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਮੈਨੂੰ ਮਾਂ ਦੇ ਵਿਵਹਾਰ ਨੇ ਚਿੰਤਾ ਵਿੱਚ ਪਾ ਦਿੱਤਾ ਸੀ ਕਿ ਰਜਨੀ ਮੇਰੇ ਨਾਲ-ਨਾਲ ਮਾਂ ਨੂੰ ਵੀ ਨਜ਼ਰਅੰਦਾਜ਼ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਮੈਂ ਮਾਂ ਨੂੰ ਕੁਝ ਹੋਰ ਪੁੱਛ ਸਕਦਾ, ਰਜਨੀ ਵੀ ਮਾਂ ਦੇ ਕਮਰੇ ਵਿੱਚ ਆ ਗਈ ਸੀ। ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ ਤੇ ਪੁੱਛਣ ਲੱਗੀ ਕਿ ਅੱਜ ਤੁਸੀਂ ਹੁਣ ਤੱਕ ਸੋਏ ਨਹੀਂ? ਮੈਂ ਸਿਰ ਹਿਲਾ ਦਿੱਤਾ ਤੇ ਪੁੱਛਿਆ ਕਿ ਤੂੰ ਇਸ ਵਕਤ ਇੱਥੇ ਕੀ ਕਰ ਰਹੀ ਹੈ? ਤਾਂ ਉਹ ਕਹਿਣ ਲੱਗੀ ਕਿ ਇਸ ਵਕਤ ਮੌਸਮ ਥੋੜ੍ਹਾ ਠੰਡਾ ਹੋ ਜਾਂਦਾ ਹੈ ਤਾਂ ਮੈਂ ਆਪਣੀ ਪੂਜਾ ਪਾਠ ਤੋਂ ਛੁੱਟੀ ਲੈ ਕੇ ਮਾਂ ਦੇ ਪੈਰ ਦਬਾ ਦਿੰਦੀ ਹਾਂ ਤੇ ਉਹਨਾਂ ਦੇ ਸਰੀਰ ਨੂੰ ਕੰਬਲ ਨਾਲ ਢੱਕ ਦਿੰਦੀ ਹਾਂ। ਮੈਂ ਮੁਸਕਰਾ ਦਿੱਤਾ। ਹੁਣ ਮੈਨੂੰ ਸਮਝ ਆ ਗਿਆ ਸੀ ਕਿ ਮਾਂ ਰਜਨੀ ਦੀ ਕਿਸ ਗੱਲ ਤੋਂ ਨਾਰਾਜ਼ ਸੀ। ਸ਼ਾਇਦ ਅੱਜ ਰਜਨੀ ਨੂੰ ਮਾਂ ਕੋਲ ਆਉਣ ਲੱਗੇ ਦੇਰ ਹੋ ਗਈ ਸੀ। ਮੈਨੂੰ ਵੀ ਨੀਂਦ ਆ ਰਹੀ ਸੀ ਤਾਂ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਸਵੇਰੇ ਜਦ ਮੇਰੀ ਅੱਖ ਖੁੱਲ੍ਹੀ ਤਾਂ ਰਜਨੀ ਕਮਰੇ ਵਿੱਚ ਨਹੀਂ ਸੀ। ਮੈਂ ਨਹਾ ਧੋ ਕੇ ਕੰਮ 'ਤੇ ਜਾਣ ਲਈ ਤਿਆਰ ਹੋ ਗਿਆ ਤੇ ਆਪਣੇ ਕਮਰੇ ਵਿੱਚੋਂ ਬਾਹਰ ਆਇਆ। ਰਜਨੀ ਨੇ ਨਾਸ਼ਤਾ ਬਣਾ ਦਿੱਤਾ ਸੀ ਤੇ ਹੁਣ ਉਹ ਮੇਰੀ ਮਾਂ ਦੇ ਕੋਲ ਬੈਠ ਕੇ ਬੜੇ ਪਿਆਰ ਨਾਲ ਉਹਨਾਂ ਨੂੰ ਦਲੀਆ ਖਿਲਾ ਰਹੀ ਸੀ। ਮੈਂ ਰਜਨੀ ਦੇ ਚਿਹਰੇ ਨੂੰ ਧਿਆਨ ਨਾਲ ਦੇਖ ਰਿਹਾ ਸੀ। ਉਸ ਦੇ ਚਿਹਰੇ ਤੋਂ ਪਿਆਰ ਹੀ ਝਲਕ ਰਿਹਾ ਸੀ। ਜਦ ਉਸਨੇ ਮਾਂ ਨੂੰ ਖਾਣਾ ਖਿਲਾ ਦਿੱਤਾ ਤਾਂ ਉਹ ਮੇਰੇ ਕੋਲ ਆ ਕੇ ਬੈਠ ਗਈ। ਮੈਂ ਉਸ ਦੇ ਦਿਲ ਦੀ ਗੱਲ ਜਾਣਨ ਲਈ ਕਹਿ ਦਿੱਤਾ ਕਿ ਰਜਨੀ,
ਤੂੰ ਵੀ ਕਹਿੰਦੀ ਹੋਵੇਂਗੀ ਕਿ ਪਤੀ ਦੇ ਨਾਲ-ਨਾਲ ਉਸ ਦੀ ਬਿਮਾਰ ਮਾਂ ਦੀ ਵੀ ਦੇਖਭਾਲ ਕਰਨੀ ਪੈ ਰਹੀ ਹੈ। ਉਹ ਤੁਰੰਤ ਬੋਲੀ, ਆਸ਼ੀਸ਼, ਰੱਬ ਨਾ ਕਰੇ ਕਿ ਮੈਂ ਆਪਣੀ ਮਾਂ ਦੇ ਬਾਰੇ ਅਜਿਹਾ ਸੋਚਾਂ ਵੀ। ਬਿਮਾਰ ਇਨਸਾਨ ਨੂੰ ਤਕਲੀਫ ਦੇਵਾਂਗੇ ਤਾਂ ਉਸ ਲਈ ਮਾਫ਼ੀ ਵੀ ਨਹੀਂ ਹੈ। ਫਿਰ ਤੁਹਾਡੀ ਮਾਂ ਤਾਂ ਮੇਰੇ ਲਈ ਪੁੰਨ ਕਮਾਉਣ ਦਾ ਜ਼ਰੀਆ ਹੈ। ਜਦ ਮੈਂ ਮਾਂ ਨੂੰ ਦੇਖਦੀ ਹਾਂ ਤਾਂ ਉਹ ਮੈਨੂੰ ਚੰਗੇ ਕੰਮਾਂ ਦੇ ਲਈ ਆਸ਼ੀਰਵਾਦ ਦਿੰਦਾ ਹੋਇਆ ਸਮੁੰਦਰ ਨਜ਼ਰ ਆਉਂਦਾ ਹੈ, ਜਿਸ ਵਿੱਚੋਂ ਮੈਂ ਜਿੰਨਾ ਚਾਹੇ ਚੰਗੇ ਕਰਮ ਹਾਸਲ ਕਰ ਸਕਦੀ ਹਾਂ। ਰਜਨੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸਨ। ਇਸ ਤਰ੍ਹਾਂ ਤਾਂ ਮੈਂ ਵੀ ਕਦੇ ਨਹੀਂ ਸੋਚਿਆ ਸੀ। ਜਦ ਕਿ ਉਹ ਮੇਰੀ ਮਾਂ ਸੀ ਤੇ ਉਹਨਾਂ ਦੀ ਸੇਵਾ ਕਰਨਾ ਮੇਰਾ ਫਰਜ਼ ਸੀ। ਖੈਰ, ਉਸ ਦਿਨ ਤੋਂ ਬਾਅਦ ਮੈਂ ਆਪਣੀ ਮਾਂ ਦੇ ਵੱਲ ਤੋਂ ਬੇਫਿਕਰ ਹੋ ਗਿਆ ਸੀ। ਹੁਣ ਮੈਨੂੰ ਰਜਨੀ ਦੀ ਹੀ ਚਿੰਤਾ ਸੀ ਕਿ ਉਹ ਬਸ ਹੁਣ ਮੇਰੀ ਹੋ ਜਾਵੇ। ਵੈਸੇ ਤਾਂ ਮੇਰੀ ਪਤਨੀ ਸੀ, ਪਰ ਮੈਂ ਚਾਹੁੰਦਾ ਸੀ ਕਿ ਮੈਂ ਜਦ ਘਰ ਵਿੱਚ ਕਦਮ ਰੱਖਾਂ ਤਾਂ ਉਹ ਸਭ ਕੁਝ ਛੱਡ ਕੇ ਮੇਰੀ ਸੇਵਾ ਵਿੱਚ ਲੱਗ ਜਾਵੇ। ਮੈਂ ਇਹ ਗੱਲ ਉਸ ਨੂੰ ਆਪਣੇ ਮੂੰਹ ਤੋਂ ਕਹਿਣ ਤੋਂ ਡਰਦਾ ਸੀ, ਕਿਉਂਕਿ ਮੈਂ ਜਦ ਵੀ ਘਰ ਆਉਂਦਾ ਸੀ ਤਾਂ ਉਹ ਪੂਜਾ ਵਿੱਚ ਹੀ ਲੱਗੀ ਰਹਿੰਦੀ ਸੀ। ਤਾਂ ਫਿਰ ਮੈਂ ਉਸ ਨੂੰ ਕਿਸ ਮੂੰਹ ਨਾਲ ਕਹਿੰਦਾ ਕਿ ਰਜਨੀ, ਮੇਰੇ ਆਉਣ ਤੋਂ ਬਾਅਦ ਤੂੰ ਪੂਜਾ ਪਾਠ ਬੰਦ ਕਰ ਦਿਆ ਕਰ। ਮੇਰੇ ਵਿੱਚ ਵੈਸੇ ਵੀ ਇੰਨੀ ਹਿੰਮਤ ਨਹੀਂ ਸੀ, ਪਰ ਮੈਂ ਅੰਦਰ ਹੀ ਅੰਦਰ ਬਹੁਤ ਅਸਮੰਜਸ ਵਿੱਚ ਸੀ ਕਿ ਭਲਾ ਇਹ ਕਿਵੇਂ ਦਾ ਵਿਆਹ ਹੋਇਆ। ਪਤਨੀ ਦਾ ਚਿਹਰਾ ਵੀ ਅਜੇ ਤੱਕ ਮੈਂ ਠੀਕ ਤਰ੍ਹਾਂ ਨਾਲ ਨਹੀਂ ਦੇਖਿਆ ਸੀ। ਇਹਨਾਂ ਹਾਲਾਤਾਂ ਨੇ ਮੈਨੂੰ ਬਹੁਤ ਚਿੜਚਿੜਾ ਬਣਾ ਦਿੱਤਾ ਸੀ। ਜਦ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ ਸੀ। ਮੈਂ ਕਿਹਾ, ਰਜਨੀ, ਖਾਣਾ ਲੈ ਆਓ। ਮੇਰੇ ਵੱਲ ਦੇਖ ਕੇ ਉਹ ਬਹੁਤ ਡਰ ਗਈ ਸੀ। ਮੈਂ ਕਿਹਾ, ਮੈਂ ਕੁਝ ਕਿਹਾ ਹੈ? ਮੈਂ ਖਾਣਾ ਮੰਗਿਆ ਹੈ ਤੇਰੇ ਤੋਂ, ਜਾਂ ਫਿਰ ਖਾਣਾ ਵੀ ਮੈਂ ਖੁਦ ਹੀ ਲੈ ਲਵਾਂ? ਉਹ ਬੋਲੀ, ਦਰਅਸਲ ਆਸ਼ੀਸ਼, ਮੈਂ ਖਾਣਾ ਨਹੀਂ ਬਣਾਇਆ ਹੈ। ਅੱਜ ਮੈਂ ਜੈਮਾਲਾ ਖਤਮ ਕਰਕੇ ਹੀ ਉੱਠਣਾ ਚਾਹੁੰਦੀ ਸੀ। 2 ਹੀ ਫੇਰੇ ਬਚੇ ਸਨ। ਜਾਪ ਕਰਦੇ ਕਰਦੇ ਟਾਈਮ ਦਾ ਪਤਾ ਹੀ ਨਹੀਂ ਚੱਲਿਆ, ਪਰ ਹੁਣ ਮੈਂ ਪੂਰੀ ਮਾਲਾ ਜਪ ਲਈ ਹੈ। ਮੈਂ ਬੋਲਿਆ, ਰਜਨੀ, ਸ਼ਾਇਦ ਤੂੰ ਭੁੱਲ ਰਹੀ ਹੈ ਕਿ ਮੈਂ ਤੇਰਾ ਪਤੀ ਹਾਂ ਤੇ ਮੇਰੀ ਸੇਵਾ ਕਰਨਾ ਤੇਰਾ ਫਰਜ਼ ਹੈ। ਲੋਕ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਲਈ ਵਿਆਹ ਕਰਵਾਉਂਦੇ ਹਨ, ਪਰ ਮੈਂ ਤਾਂ ਤੇਰੇ ਨਾਲ ਵਿਆਹ ਕਰਵਾ ਕੇ ਫਸ ਗਿਆ ਹਾਂ। ਤੂੰ ਤਾਂ ਮੈਨੂੰ ਇੱਕ ਦਿਨ ਵੀ ਚੈਨ ਨਹੀਂ ਦਿੱਤਾ। ਕਦੇ ਮੇਰੇ ਕੋਲ ਬੈਠ ਕੇ ਮੇਰਾ ਹਾਲ ਚਾਲ ਨਹੀਂ ਪੁੱਛਿਆ। ਕਦੇ ਨਹੀਂ ਪੁੱਛਿਆ ਕਿ ਆਸ਼ੀਸ਼, ਤੂੰ ਕਿਵੇਂ ਆ। ਤੈਨੂੰ ਤਾਂ ਬਸ ਪੂਜਾ ਪਾਠ ਦੀ ਹੀ ਫਿਕਰ ਹੁੰਦੀ ਹੈ। ਜੇ ਤੈਨੂੰ ਪੂਜਾ ਪਾਠ ਦਾ ਹੀ ਸ਼ੌਂਕ ਸੀ ਤਾਂ ਵਿਆਹ ਕਿਉਂ ਕਰਵਾਇਆ? ਘਰ ਦੇ ਇੱਕ ਕੋਨੇ ਵਿੱਚ ਬੈਠ ਕੇ ਪੂਜਾ ਪਾਠ ਹੀ ਕਰਦੀ ਰਹਿੰਦੀ। ਨਾ ਚਾਹੁੰਦੇ ਹੋਏ ਵੀ ਗੁੱਸੇ ਵਿੱਚ ਮੇਰੇ ਮੂੰਹ ਤੋਂ ਇਹ ਸ਼ਬਦ ਨਿਕਲ ਗਏ ਸਨ। ਮੇਰੀਆਂ ਗੱਲਾਂ ਸੁਣ ਕੇ ਰਜਨੀ ਰੋਣ ਲੱਗੀ ਸੀ। ਉਸ ਸਮੇਂ ਮੈਨੂੰ ਆਪਣੇ ਬੋਲਣ ਦੀ ਕਠੋਰਤਾ ਦਾ ਅਹਿਸਾਸ ਹੋਇਆ ਸੀ। ਉਹ ਰੋਂਦੇ ਹੋਏ ਬੋਲੀ, ਦਰਅਸਲ ਆਸ਼ੀਸ਼, ਮੈਂ ਪੂਜਾ ਪਾਠ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਤੁਹਾਡੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਡਰ ਹੈ ਕਿ ਤੁਸੀਂ ਕਿਤੇ ਮੇਰੇ ਕਰੀਬ ਨਾ ਜਾਇਓ। ਰਜਨੀ ਦੀ ਗੱਲ ਸੁਣ ਕੇ ਮੈਂ ਦੰਗ ਰਹਿ ਗਿਆ ਸੀ। ਮੈਂ ਉਸ ਨੂੰ ਪੁੱਛਿਆ ਕਿ ਰਜਨੀ, ਤੂੰ ਮੇਰੇ ਤੋਂ ਦੂਰ ਕਿਉਂ ਰਹਿਣਾ ਚਾਹੁੰਦੀ ਹੈ? ਉਹ ਅੱਗੇ ਵਧੀ ਤੇ ਉਸਨੇ ਮੈਨੂੰ ਆਪਣੇ ਹੱਥ 'ਤੇ ਇੱਕ ਕਾਲਾ ਨਿਸ਼ਾਨ ਦਿਖਾਇਆ। ਉਹ ਕਹਿਣ ਲੱਗੀ ਕਿ ਮੇਰਾ ਇਹ ਨਿਸ਼ਾਨ ਇੱਕ ਬਜ਼ੁਰਗ ਆਦਮੀ ਨੇ ਦੇਖਿਆ ਸੀ ਤੇ ਇਸ ਨੂੰ ਦੇਖ ਕੇ ਉਸ ਨੇ ਕਿਹਾ ਸੀ ਕਿ ਮੇਰਾ ਵਿਆਹ ਜਿਸ ਆਦਮੀ ਦੇ ਨਾਲ ਹੋਵੇਗਾ ਉਹ 7 ਦਿਨਾਂ ਦੇ ਅੰਦਰ ਅੰਦਰ ਮਰ ਜਾਵੇਗਾ। ਇਹ ਗੱਲ ਸੁਣ ਕੇ ਮੇਰੀ ਮਾਂ ਬਹੁਤ ਪਰੇਸ਼ਾਨ ਹੋ ਗਈ ਸੀ। ਉਹ ਉਸ ਬਜ਼ੁਰਗ ਦੇ ਚਰਨਾਂ ਵਿੱਚ ਜਾ ਕੇ ਡਿੱਗੀ ਤੇ ਕਿਹਾ, ਕਿਰਪਾ ਕਰਕੇ ਇਸ ਸਮੱਸਿਆ ਦਾ ਕੋਈ ਹੱਲ ਦੱਸੋ। ਮੈਂ ਨਹੀਂ ਚਾਹੁੰਦੀ ਕਿ ਮੇਰੀ ਬੇਟੀ ਸਾਰੀ ਉਮਰ ਮੇਰੇ ਦਰਵਾਜ਼ੇ 'ਤੇ ਬੈਠੀ ਰਹੇ। ਫਿਰ ਉਸ ਬਜ਼ੁਰਗ ਨੇ ਕਿਹਾ ਸੀ ਕਿ ਇਸ ਗੱਲ ਦਾ ਧਿਆਨ ਰੱਖਿਓ ਕਿ ਜਦ ਤੇਰੀ ਬੇਟੀ ਦਾ ਵਿਆਹ ਹੋਵੇਗਾ ਤਾਂ ਉਹ 40 ਦਿਨਾਂ ਤੱਕ ਆਪਣੇ ਪਤੀ ਤੋਂ ਦੂਰ ਰਹੇ ਤੇ ਦਿਨ ਰਾਤ ਪੂਜਾ ਪਾਠ ਵਿੱਚ ਵਿਅਸਤ ਰਹੇ। ਇਹ ਲੜਕੀ ਜਿੰਨਾ ਪੂਜਾ ਪਾਠ ਕਰੇਗੀ, ਓਨੀ ਛੇਤੀ ਇਹ ਉਸ ਮਨਹੂਸ ਘੜੀ ਤੋਂ ਛੁਟਕਾਰਾ ਪਾ ਲਵੇਗੀ। ਮੈਂ ਬਸ ਇਹ ਗੱਲ ਤੁਹਾਨੂੰ ਦੱਸਣ ਤੋਂ ਡਰਦੀ ਸੀ ਕਿ ਤੁਸੀਂ ਮੈਨੂੰ ਮਨਹੂਸ ਸਮਝ ਕੇ ਤਲਾਕ ਨਾ ਦੇ ਦੇਵੋ। ਮੈਨੂੰ ਰਜਨੀ ਦੀ ਮਾਸੂਮੀਅਤ 'ਤੇ ਹਾਸੀ ਆ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦਾ। ਜ਼ਿੰਦਗੀ ਤੇ ਮੌਤ ਤਾਂ ਪਰਮਾਤਮਾ ਦੇ ਹੱਥਾਂ ਵਿੱਚ ਹੈ। ਤੂੰ ਬਿਨਾਂ ਵਜ੍ਹਾ ਤੋਂ ਮੇਰੇ ਤੋਂ ਦੂਰ ਰਹੀ ਹੈ। ਮੇਰੀਆਂ ਗੱਲਾਂ ਸੁਣ ਕੇ ਰਜਨੀ ਬਹੁਤ ਡਰ ਗਈ ਸੀ। ਉਹ ਕਹਿਣ ਲੱਗੀ, ਆਸ਼ੀਸ਼, ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਤੁਸੀਂ ਪਹਿਲੇ ਮਰਦ ਹੋ। ਅੱਜ ਤੋਂ ਪਹਿਲਾਂ ਮੈਂ ਕਿਸੇ ਗੈਰ ਮਰਦ ਨੂੰ ਨਜ਼ਰ ਉਠਾ ਕੇ ਨਹੀਂ ਦੇਖਿਆ। ਤੁਸੀਂ ਮੇਰੇ ਲਈ ਸਭ ਕੁਝ ਹੋ। ਮੈਂ ਆਪਣੀ ਲਾਪਰਵਾਹੀ ਦੇ ਕਾਰਨ ਤੁਹਾਨੂੰ ਖੋਣਾ ਨਹੀਂ ਚਾਹੁੰਦੀ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਤੋਂ 40 ਦਿਨ ਦੂਰ ਰਹੋ। ਮੈਂ ਉਸਦੇ ਚਿਹਰੇ 'ਤੇ ਮਾਸੂਮੀਅਤ ਤੇ ਬੇਵਸੀ ਦੇਖੀ ਸੀ, ਇਸ ਲਈ ਮੈਂ ਉਸਦੀ ਗੱਲ ਮੰਨ ਲਈ। ਉਹ ਬਹੁਤ ਖੁਸ਼ ਹੋ ਗਈ ਸੀ। ਰਜਨੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਬਹੁਤ ਅਸਮੰਜਸ ਵਿੱਚ ਪੈ ਗਿਆ ਸੀ। ਮੈਨੂੰ ਲੱਗਣ ਲੱਗਿਆ ਸੀ ਕਿ ਸ਼ਾਇਦ ਮੇਰੀ ਪਤਨੀ ਮੈਨੂੰ ਪਿਆਰ ਨਹੀਂ ਕਰਦੀ, ਇਸੇ ਲਈ ਉਹ ਮੇਰੇ ਤੋਂ ਦੂਰ ਦੂਰ ਰਹਿੰਦੀ ਹੈ। ਖੈਰ, ਰਜਨੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਹੁਣ ਕਾਫੀ ਸਹਿਜ ਹੋ ਗਿਆ ਸੀ।
ਹੁਣ ਜਦ ਵੀ ਮੈਂ ਉਸ ਨੂੰ ਪੂਜਾ ਪਾਠ ਵਿੱਚ ਲੀਨ ਹੋਇਆ ਦੇਖਦਾ ਤਾਂ ਮੈਨੂੰ ਉਸ 'ਤੇ ਬੇਹੱਦ ਪਿਆਰ ਆਉਂਦਾ, ਕਿਉਂਕਿ ਉਹ ਮੇਰੀ ਜਾਨ ਬਚਾਉਣ ਦੇ ਲਈ ਇਹ ਸਭ ਕਰ ਰਹੀ ਸੀ। ਸਾਡੇ ਵਿਆਹ ਨੂੰ ਹੁਣ ਕਾਫੀ ਦਿਨ ਹੋ ਗਏ ਸਨ। ਮੈਂ ਸੋਚਿਆ ਕਿ ਹੁਣ ਪਤਾ ਲਗਾਉਂਦਾ ਹਾਂ ਕਿ ਮਾਂ ਹੁਣ ਰਜਨੀ ਦੇ ਬਾਰੇ ਕੀ ਸੋਚਦੀ ਹੈ। ਮੈਂ ਆਪਣੀ ਮਾਂ ਦੇ ਕੋਲ ਆ ਕੇ ਬੈਠ ਗਿਆ ਤਾਂ ਮਾਂ ਨੇ ਇੱਧਰ ਉੱਧਰ ਦੇਖਣਾ ਸ਼ੁਰੂ ਕਰ ਦਿੱਤਾ। ਫਿਰ ਉਹ ਇਸ਼ਾਰੇ ਕਰਕੇ ਕਹਿਣ ਲੱਗੀ ਕਿ ਰਜਨੀ ਨੂੰ ਤਲਾਕ ਦੇ ਦੇ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ, ਮਾਂ ਤੁਸੀਂ ਕਿਹੋ ਜਿਹੀ ਮਾਂ ਹੋ ਜਿਹੜੀ ਕਿ ਆਪਣੀ ਹੀ ਬੇਟੀ ਦਾ ਘਰ ਉਜਾੜਨਾ ਚਾਹੁੰਦੀ ਹੈ। ਫਿਰ ਮਾਂ ਨੇ ਮੈਨੂੰ ਇਸ਼ਾਰਿਆਂ ਵਿੱਚ ਕਿਹਾ ਕਿ ਤੇਰੀ ਪਤਨੀ ਮੇਰਾ ਖਿਆਲ ਨਹੀਂ ਰੱਖਦੀ ਹੈ, ਤੂੰ ਮੇਰੀ ਨਰਸ ਨੂੰ ਵਾਪਸ ਲੈ ਕੇ ਆ। ਉਸੇ ਵਕਤ ਰਜਨੀ ਵੀ ਮਾਂ ਦੇ ਕਮਰੇ ਵਿੱਚ ਆ ਗਈ ਸੀ। ਉਹ ਮੈਨੂੰ ਦੇਖ ਕੇ ਹੈਰਾਨ ਹੋ ਗਈ ਤੇ ਕਹਿਣ ਲੱਗੀ ਕਿ ਤੁਸੀਂ ਇੱਥੇ ਕਦ ਆਏ। ਮੈਂ ਕਿਹਾ ਕਿ ਮੈਂ ਹੁਣੇ ਹੀ ਆ ਕੇ ਬੈਠਿਆ ਹਾਂ। ਰਜਨੀ ਵੀ ਸਾਡੇ ਕੋਲ ਹੀ ਬੈਠ ਗਈ ਤਾਂ ਮਾਂ ਬੜੀ ਆਰਾਮ ਨਾਲ ਲੇਟੀ ਹੋਈ ਸੀ। ਮੈਂ ਦਿਨ ਰਾਤ ਸਵੇਰੇ ਜਾਂ ਸ਼ਾਮ ਜਦ ਵੀ ਆਪਣੀ ਮਾਂ ਕੋਲ ਜਾਂਦਾ ਸੀ ਤਾਂ ਥੋੜੀ ਹੀ ਦੇਰ ਬਾਅਦ ਰਜਨੀ ਉੱਥੇ ਆ ਜਾਂਦੀ ਸੀ। ਤਾਂ ਇਸ ਗੱਲ ਦਾ ਤਾਂ ਇਹੀ ਮਤਲਬ ਸੀ ਕਿ ਉਹ ਸਮੇਂ-ਸਮੇਂ 'ਤੇ ਮਾਂ ਨੂੰ ਚੈੱਕ ਕਰਨ ਆਉਂਦੀ ਸੀ। ਫਿਰ ਪਤਾ ਨਹੀਂ ਮਾਂ ਇਹ ਸਭ ਕਿਉਂ ਕਹਿ ਰਹੀ ਸੀ। ਮੈਂ ਉਸ ਦਿਨ ਤੋਂ ਬਾਅਦ ਵੀ 2-3 ਵਾਰ ਆਪਣੀ ਮਾਂ ਨਾਲ ਇਸ ਵਿਸ਼ੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹਰ ਵਾਰ ਮੇਰੀ ਮਾਂ ਇਹੀ ਕਹਿੰਦੀ ਕਿ ਰਜਨੀ ਨੂੰ ਤਲਾਕ ਦੇ ਦੇ, ਮੇਰੀ ਨਰਸ ਨੂੰ ਵਾਪਸ ਲੈ ਆ। ਹੁਣ ਮੈਨੂੰ ਮੇਰੀ ਮਾਂ 'ਤੇ ਗੁੱਸਾ ਆਉਣ ਲੱਗਿਆ ਸੀ। ਉਹ ਸਿਰਫ ਆਪਣੇ ਮਤਲਬ ਦੀ ਗੱਲ ਸੋਚਦੀ ਸੀ। ਉਹਨਾਂ ਦੇ ਬੇਟੀ ਦਾ ਘਰ ਉੱਜੜਦਾ ਹੈ ਤਾਂ ਉੱਜੜ ਜਾਵੇ, ਪਰ ਉਹਨਾਂ ਦੇ ਆਰਾਮ ਲਈ ਉਹਨਾਂ ਦੀ ਨਰਸ ਉਹਨਾਂ ਕੋਲ ਵਾਪਸ ਆ ਜਾਵੇ। ਮੈਂ ਤਾਂ ਪਹਿਲਾਂ ਵੀ ਨਰਸ ਨੂੰ ਛੁੱਟੀ ਦੇਣ ਦੇ ਵਿਚਾਰ ਵਿੱਚ ਨਹੀਂ ਸੀ, ਪਰ ਵਿਆਹ ਤੋਂ ਦੂਜੇ ਹੀ ਦਿਨ ਰਜਨੀ ਨੇ ਮੇਰੇ ਅੱਗੇ ਰਿਕੁਐਸਟ ਕੀਤੀ ਸੀ ਕਿ ਤੁਸੀਂ ਨਰਸ ਨੂੰ ਛੁੱਟੀ ਦੇ ਦਿਓ, ਮਾਂ ਦਾ ਖਿਆਲ ਮੈਂ ਖੁਦ ਰੱਖਾਂਗੀ। ਮੈਂ ਕਿਹਾ ਸੀ ਕਿ ਨਹੀਂ ਰਜਨੀ, ਮੈਂ ਬਿਨਾਂ ਵਜ੍ਹਾ ਤੇਰੇ ਤੇ ਮਾਂ ਦਾ ਬੋਝ ਨਹੀਂ ਪਾਉਣਾ ਚਾਹੁੰਦਾ। ਨਰਸ ਹੈ, ਉਹ ਮਾਂ ਦਾ ਖਿਆਲ ਰੱਖ ਲਵੇਗੀ, ਤੂੰ ਬਸ ਮੇਰਾ ਖਿਆਲ ਰੱਖੀ। ਮੇਰੀਆਂ ਇਹ ਗੱਲਾਂ ਸੁਣ ਕੇ ਰਜਨੀ ਮੇਰੇ ਨਾਲ ਬਹੁਤ ਨਾਰਾਜ਼ ਹੋ ਗਈ ਸੀ। ਉਹ ਕਹਿਣ ਲੱਗੀ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਤੇ ਭਰੋਸਾ ਹੀ ਨਹੀਂ ਕਰਦੇ, ਇਸੇ ਲਈ ਤੁਸੀਂ ਨਰਸ ਨੂੰ ਕੱਢਣਾ ਨਹੀਂ ਚਾਹੁੰਦੇ। ਮੈਂ ਆਪਣੀ ਨਵੀਂ ਨਵੇਲੀ ਦੁਲਹਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਨਰਸ ਨੂੰ ਕਹਿ ਦਿੱਤਾ ਸੀ ਕਿ ਤੂੰ ਅੱਜ ਤੋਂ ਬਾਅਦ ਨਾ ਆਈ। ਇਹ ਸੁਣ ਕੇ ਰਜਨੀ ਬਹੁਤ ਖੁਸ਼ ਹੋਈ ਸੀ। ਉਸ ਨੂੰ ਮਾਂ ਦੇ ਨਾਲ ਲਗਾਵ ਵੀ ਬਹੁਤ ਹੋ ਗਿਆ ਸੀ। ਜੇ ਹੁਣ ਮੈਂ ਫਿਰ ਤੋਂ ਨਰਸ ਨੂੰ ਰੱਖਣਾ ਚਾਹੁੰਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਹ ਮੇਰੇ ਨਾਲ ਨਾਰਾਜ਼ ਹੋ ਜਾਵੇਗੀ। ਇਸ ਲਈ ਮੈਂ ਆਪਣੀ ਮਾਂ ਦੀ ਗੱਲ ਨੂੰ ਅਣਸੁਣਾ ਕਰ ਦਿੱਤਾ ਸੀ। ਮੈਂ ਦਿਨ ਗਿਣ ਕੇ ਕੱਟ ਰਿਹਾ ਸੀ ਕਿ ਕਦੋਂ 40 ਦਿਨ ਪੂਰੇ ਹੋਣ ਤੇ ਕਦ ਮੈਂ ਤੇ ਮੇਰੀ ਪਤਨੀ ਆਪਣੇ ਰਿਸ਼ਤੇ ਦੀ ਸ਼ੁਰੂਆਤ ਕਰਾਂਗੇ। ਰਜਨੀ ਵੀ ਅਕਸਰ ਮੈਨੂੰ ਇਹੀ ਕਹਿੰਦੀ ਕਿ ਮੇਰੇ ਦਿਲ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਇੱਕ ਵਾਰ 40 ਦਿਨ ਸੁਰੱਖਿਅਤ ਲੰਘ ਜਾਣ, ਫਿਰ ਮੈਂ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਿਆ ਕਰਾਂਗੀ, ਕਿਉਂਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਨ ਲੱਗੀ ਹਾਂ। ਰਜਨੀ ਦੀਆਂ ਗੱਲਾਂ ਸੁਣ ਕੇ ਮੈਂ 7ਵੇਂ ਅਸਮਾਨ 'ਤੇ ਪਹੁੰਚ ਜਾਂਦਾ। ਇੱਕ ਦਿਨ ਜਦ ਮੈਂ ਕੰਮ ਤੋਂ ਵਾਪਸ ਆਇਆ ਤਾਂ ਰਜਨੀ ਕਹਿਣ ਲੱਗੀ ਕਿ ਮਾਂ ਖਾਣਾ ਨਹੀਂ ਖਾ ਰਹੀ ਹੈ, ਉਹਨਾਂ ਨੇ ਆਪਣਾ ਮੂੰਹ ਕੱਸ ਕੇ ਬੰਦ ਕਰ ਰੱਖਿਆ ਹੈ, ਚਲੋ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਚੱਲੀਏ। ਮੈਂ ਪਰੇਸ਼ਾਨ ਹੋ ਗਿਆ ਤੇ ਜਲਦੀ ਨਾਲ ਆਪਣੀ ਮਾਂ ਕੋਲ ਗਿਆ। ਮੈਂ ਉਹਨਾਂ ਨੂੰ ਖਾਣਾ ਨਾ ਖਾਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਇਸ਼ਾਰਿਆਂ ਵਿੱਚ ਸਮਝਾਇਆ ਕਿ ਜਦ ਤੱਕ ਤੂੰ ਆਪਣੀ ਪਤਨੀ ਨੂੰ ਤਲਾਕ ਨਹੀਂ ਦੇ ਦਿੰਦਾ, ਮੈਂ ਨਹੀਂ ਖਾਣਾ ਖਾਵਾਂਗੀ। ਮੈਂ ਮਾਂ ਦੀ ਇਹ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ। ਮੈਂ ਕਿਹਾ ਕਿ ਨਹੀਂ ਖਾਣਾ ਹੈ ਤਾਂ ਨਾ ਖਾਓ। ਇਹ ਕਹਿ ਕੇ ਮੈਂ ਉੱਠ ਕੇ ਛੱਤ 'ਤੇ ਚਲਾ ਗਿਆ ਕਿ ਭਲਾ ਇਹ ਵੀ ਕੋਈ ਗੱਲ ਹੋਈ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕਿ ਸੱਸ ਬਣਨ ਤੋਂ ਬਾਅਦ ਕੋਈ ਔਰਤ ਇੰਨੀ ਬੇਰਹਿਮ ਕਿਵੇਂ ਹੋ ਜਾਂਦੀ ਹੈ। ਹੁਣ ਮੇਰੀ ਮਾਂ ਨੂੰ ਹੀ ਦੇਖ ਲਓ, ਉਹ ਖੁਦ ਅਪਾਹਜ ਸੀ ਤੇ ਪੂਰੀ ਤਰ੍ਹਾਂ ਮੇਰੀ ਪਤਨੀ 'ਤੇ ਨਿਰਭਰ ਸੀ, ਪਰ ਫਿਰ ਵੀ ਮੇਰੇ ਘਰ ਵਿੱਚ ਫੁੱਟ ਪਾਉਣਾ ਚਾਹੁੰਦੀ ਸੀ। ਮੈਂ ਰਜਨੀ ਨੂੰ ਕਹਿ ਦਿੱਤਾ ਸੀ ਕਿ ਮਾਂ ਨੂੰ ਖਾਣਾ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਉਹਨਾਂ ਦਾ ਪੇਟ ਖਰਾਬ ਹੈ। ਮਾਂ ਨਾਲ ਗੁੱਸੇ ਦੇ ਕਾਰਨ ਮੈਂ ਵੀ ਖਾਣਾ ਨਹੀਂ ਖਾਧਾ, ਪਰ ਜਦ ਰਾਤ ਹੋਈ ਤਾਂ ਭੁੱਖ ਦੇ ਨਾਲ ਮੇਰੇ ਪੇਟ ਵਿੱਚ ਚੂਹੇ ਦੌੜਨ ਲੱਗੇ। ਫਿਰ ਮੇਰੇ ਦਿਲ ਨੂੰ ਕੁਝ ਹੋਇਆ ਸੀ, ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਖੁਦ ਨੂੰ ਕੋਸਦੇ ਹੋਏ ਕਿਹਾ ਕਿ ਚਲੋ ਮਾਂ ਤਾਂ ਬਿਮਾਰ ਹੈ, ਬਿਮਾਰੀ ਵਿੱਚ ਇਨਸਾਨ ਚਿੜਚਿੜਾ ਹੋ ਜਾਂਦਾ ਹੈ। ਹੁਣ ਭਲਾ ਮੈਨੂੰ ਕੀ ਜ਼ਰੂਰਤ ਆ ਪਈ ਕਿ ਮੈਂ ਇੱਕ ਅਪਾਹਜ ਔਰਤ ਦੇ ਨਾਲ ਜਿੱਦ ਕਰ ਰਿਹਾ ਹਾਂ। ਮੈਂ ਜਲਦੀ ਨਾਲ ਮਾਂ ਦਾ ਦਲੀਆ ਚੁੱਕਿਆ ਤੇ ਮਾਂ ਦੇ ਕੋਲ ਲੈ ਕੇ ਗਿਆ। ਮਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਰਹੇ ਸਨ। ਉਹਨਾਂ ਨੇ ਮੈਨੂੰ ਫਿਰ ਇਸ਼ਾਰਾ ਕੀਤਾ ਤੇ ਕਿਹਾ ਕਿ ਬੇਟਾ ਮੇਰੀ ਨਰਸ ਵਾਪਸ ਲੈ ਆਓ। ਮੈਂ ਹਾਂ ਕਹਿ ਦਿੱਤਾ ਸੀ, ਪਰ ਮੈਨੂੰ ਰਜਨੀ ਦੀ ਨਾਰਾਜ਼ਗੀ ਦਾ ਵੀ ਡਰ ਸੀ। ਇਸ ਗੱਲ ਦਾ ਮੈਂ ਇਹ ਹੱਲ ਕੱਢਿਆ ਸੀ ਕਿ ਮੈਂ ਰਜਨੀ ਨੂੰ ਕਹਿ ਦਿੱਤਾ ਸੀ ਕਿ ਮੈਂ ਡਾਕਟਰ ਨੂੰ ਕਾਲ ਕੀਤੀ ਹੈ ਤੇ ਮਾਂ ਦੀ ਹਾਲਤ ਬਾਰੇ ਦੱਸਿਆ ਤਾਂ ਡਾਕਟਰ ਆਪਣੀ ਇੱਕ ਨਰਸ ਨੂੰ ਮਾਂ ਦੀ ਕੰਡੀਸ਼ਨ ਚੈੱਕ ਕਰਨ ਲਈ ਭੇਜ ਰਹੇ ਹਨ।
ਮੇਰੀਆਂ ਗੱਲਾਂ ਸੁਣ ਕੇ ਰਜਨੀ ਨੂੰ ਰਾਹਤ ਤਾਂ ਹੋਈ, ਪਰ ਉਸਨੇ ਕੁਝ ਨਹੀਂ ਕਿਹਾ। ਮੈਂ ਮਨ ਹੀ ਮਨ ਬਹੁਤ ਖੁਸ਼ ਹੋਇਆ ਕਿ ਉਸਨੇ ਕੋਈ ਹੰਗਾਮਾ ਖੜਾ ਨਹੀਂ ਕੀਤਾ। ਮੈਂ ਹਸਪਤਾਲ ਜਾ ਕੇ ਨਰਸ ਨੂੰ ਲੈ ਆਇਆ ਸੀ। ਮੈਂ ਨਰਸ ਨੂੰ ਕਿਹਾ ਕਿ ਮੇਰੀ ਮਾਂ ਦੀ ਤਬੀਅਤ ਦੇ ਬਾਰੇ ਇੱਕ ਗੱਲ ਮੈਨੂੰ ਦੱਸੀ। ਮੈਂ ਉਸ ਨੂੰ ਮਾਂ ਨਾਲ ਮਿਲਾ ਦਿੱਤਾ ਤੇ ਉਸ ਨੂੰ ਘਰ ਛੱਡ ਕੇ ਕੰਮ 'ਤੇ ਚਲਾ ਗਿਆ। ਸ਼ਾਮ ਨੂੰ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਤਾਂ ਸਿੱਧੇ ਆਪਣੀ ਮਾਂ ਦੇ ਕਮਰੇ ਵਿੱਚ ਗਿਆ। ਮੈਂ ਪੁੱਛਿਆ ਕਿ ਸਿਸਟਰ, ਮਾਂ ਦੀ ਹਾਲਤ ਹੁਣ ਕਿਵੇਂ ਹੈ? ਤਾਂ ਉਹ ਬੋਲੀ ਕਿ ਆਸ਼ੀਸ਼ ਜੀ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਇਸ ਤੋਂ ਪਹਿਲਾਂ ਕਿ ਨਰਸ ਆਪਣੀ ਗੱਲ ਖਤਮ ਕਰਦੀ, ਤਦ ਤੱਕ ਰਜਨੀ ਵੀ ਉੱਥੇ ਆ ਗਈ। ਉਸਨੇ ਰਜਨੀ ਵੱਲ ਦੇਖਿਆ ਤੇ ਕਿਹਾ ਕਿ ਤੁਹਾਡੀ ਮਿਸਿਜ਼ ਕਿੱਥੇ ਕੰਮ ਕਰਦੀ ਹੈ? ਮੈਂ ਕਿਹਾ ਨਹੀਂ, ਇਹ ਤਾਂ ਘਰ 'ਤੇ ਹੀ ਹੁੰਦੀ ਹੈ, ਇਹ ਕੋਈ ਨੌਕਰੀ ਨਹੀਂ ਕਰਦੀ। ਨਰਸ ਨੇ ਹੈਰਾਨੀ ਨਾਲ ਪੁੱਛਿਆ ਕਿ ਫਿਰ ਸਵੇਰ ਤੋਂ ਹੀ ਮੈਨੂੰ ਨਜ਼ਰ ਕਿਉਂ ਨਹੀਂ ਆਈ? ਮੈਂ ਰਜਨੀ ਵੱਲ ਦੇਖਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਹ ਕਹਿਣ ਲੱਗੀ, ਦਰਅਸਲ ਮੈਂ ਇੰਨੇ ਦਿਨਾਂ ਤੋਂ ਦਿਨ ਰਾਤ ਮਾਂ ਦੀ ਸੇਵਾ ਕਰ ਰਹੀ ਸੀ ਨਾ, ਇਸ ਲਈ ਫੁਰਸਤ ਹੀ ਨਹੀਂ ਮਿਲੀ ਸੀ। ਅੱਜ ਫੁਰਸਤ ਮਿਲੀ ਤਾਂ ਆਪਣੀ ਨੀਂਦ ਪੂਰੀ ਕਰਨ ਲਈ ਸੌਂ ਗਈ ਸੀ। ਫਿਰ ਮੈਂ ਰਜਨੀ ਨੂੰ ਇਹ ਕਹਿ ਕੇ ਕਮਰੇ ਵਿੱਚੋਂ ਭੇਜ ਦਿੱਤਾ ਸੀ ਕਿ ਤੂੰ ਖਾਣਾ ਲਗਾ, ਮੈਨੂੰ ਬਹੁਤ ਭੁੱਖ ਲੱਗੀ ਹੈ। ਉਹ ਬਾਹਰ ਚਲੀ ਗਈ ਤਾਂ ਮੈਂ ਨਰਸ ਨੂੰ ਖੁੱਲ੍ਹ ਕੇ ਗੱਲ ਕਰਨ ਲਈ ਕਿਹਾ ਤਾਂ ਨਰਸ ਕਹਿਣ ਲੱਗੀ ਕਿ ਤੁਹਾਡੀ ਮਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਸਾਫ਼ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਦੇ ਸਰੀਰ 'ਤੇ ਜ਼ਖਮ ਬਣ ਗਏ ਹਨ ਤੇ ਇਹ ਜ਼ਖਮ ਬਹੁਤ ਦਰਦ ਦਿੰਦੇ ਹਨ। ਇਹਨਾਂ ਵਿੱਚ ਬਹੁਤ ਖੁਜਲੀ ਵੀ ਹੁੰਦੀ ਹੈ, ਪਰ ਤੁਸੀਂ ਖੁਦ ਸੋਚੋ ਕਿ ਤੁਹਾਡੀ ਮਾਂ ਅਪਾਹਜ ਹੈ, ਫਿਰ ਉਹ ਇਹ ਸਭ ਕਿਵੇਂ ਬਰਦਾਸ਼ਤ ਕਰਦੀ ਹੋਵੇਗੀ? ਆਸ਼ੀਸ਼ ਜੀ, ਜੇ ਤੁਸੀਂ ਆਪਣੀ ਮਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਉਸ ਨੂੰ ਕਿਸੇ ਹਸਪਤਾਲ ਵਿੱਚ ਭਰਤੀ ਕਰਵਾ ਦਿੰਦੇ। ਤੁਸੀਂ ਖੁਦ ਲਈ ਨਰਕ ਦਾ ਰਸਤਾ ਤਾਂ ਨਾ ਬਣਾਓ। ਨਰਸ ਦੀਆਂ ਗੱਲਾਂ ਸੁਣ ਕੇ ਮੈਂ ਕੰਬ ਗਿਆ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਜਲਦੀ ਨਾਲ ਘਰ ਤੋਂ ਬਾਹਰ ਨਿਕਲ ਗਿਆ ਤੇ ਆਪਣੀ ਕਾਰ ਵਿੱਚ ਬੈਠ ਕੇ 1 ਘੰਟੇ ਤੱਕ ਰੋਂਦਾ ਰਿਹਾ ਸੀ ਤੇ ਪਰਮਾਤਮਾ ਤੋਂ ਆਪਣੀ ਗਲਤੀ ਦੀ ਮਾਫੀ ਮੰਗਦਾ ਰਿਹਾ। ਜਦ ਮੇਰੇ ਹੰਝੂ ਸੁੱਕ ਗਏ ਤਾਂ ਮੈਂ ਘਰ ਵਾਪਸ ਆ ਗਿਆ। ਰਜਨੀ ਕਹਿਣ ਲੱਗੀ ਕਿ ਤੁਸੀਂ ਕਿੱਥੇ ਚਲੇ ਗਏ ਸੀ? ਮੈਂ ਝੂਠ ਹੀ ਬੋਲ ਦਿੱਤਾ ਸੀ ਕਿ ਮੈਨੂੰ ਇੱਕ ਦੋਸਤ ਦਾ ਫੋਨ ਆ ਗਿਆ ਸੀ ਤਾਂ ਮੈਂ ਉਸ ਨਾਲ ਗੱਲ ਕਰਨ ਲਈ ਬਾਹਰ ਚਲਿਆ ਗਿਆ ਸੀ। ਰਜਨੀ ਕਹਿਣ ਲੱਗੀ ਕਿ ਨਰਸ ਨੇ ਮਾਂ ਦੀ ਕੀ ਰਿਪੋਰਟ ਦਿੱਤੀ ਹੈ? ਮੈਂ ਕਿਹਾ ਕਿ ਨਰਸ ਨੇ ਕਿਹਾ ਹੈ ਕਿ ਪਏ ਰਹਿਣ ਦੇ ਕਾਰਨ ਪੇਸ਼ੈਂਟ ਦੀ ਭੁੱਖ ਘਟ ਗਈ ਹੈ, ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ। ਇਹ ਸੁਣ ਕੇ ਉਹ ਤੁਰੰਤ ਚੁੱਪ ਹੋ ਗਈ ਤੇ ਫਿਰ ਕਹਿਣ ਲੱਗੀ ਕਿ ਚਲੋ ਮੈਂ ਤੁਹਾਡੇ ਲਈ ਖਾਣਾ ਲਗਾ ਦਿੰਦੀ ਹਾਂ। ਮੈਂ ਉਸ ਨੂੰ ਕਿਹਾ ਕਿ ਮੈਂ ਖਾਣਾ ਬਾਹਰ ਹੀ ਖਾ ਲਿਆ ਹੈ ਤੇ ਮੈਂ ਬਸ ਹੁਣ ਆਰਾਮ ਕਰਨਾ ਚਾਹੁੰਦਾ ਹਾਂ। ਮੈਂ ਸੌਣ ਦੇ ਲਈ ਲੇਟ ਗਿਆ ਸੀ, ਪਰ ਮੈਨੂੰ ਨੀਂਦ ਕਿੱਥੇ ਆ ਰਹੀ ਸੀ? ਮੈਨੂੰ ਤਾਂ ਬਾਰ-ਬਾਰ ਨਰਸ ਦੀਆਂ ਗੱਲਾਂ ਯਾਦ ਆ ਰਹੀਆਂ ਸਨ। ਪਤਾ ਨਹੀਂ ਉਹ ਰਾਤ ਦਾ ਕਿਹੜਾ ਸਮਾਂ ਸੀ ਜਦ ਮੇਰੀ ਅੱਖ ਇੱਕ ਆਵਾਜ਼ ਨਾਲ ਖੁੱਲ੍ਹੀ ਸੀ। ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਰਜਨੀ ਅਲਮਾਰੀ ਵਿੱਚੋਂ ਇੱਕ ਕਾਲਾ ਬੈਗ ਕੱਢ ਰਹੀ ਸੀ। ਉਹ ਬੈਗ ਕੱਢ ਕੇ ਉਸਨੇ ਹੌਲੀ ਜਿਹੀ ਅਲਮਾਰੀ ਬੰਦ ਕਰ ਦਿੱਤੀ ਤੇ ਕਮਰੇ 'ਚੋਂ ਬਾਹਰ ਨਿਕਲ ਗਈ। ਮੈਂ ਵੀ ਉੱਠ ਕੇ ਉਸਦੇ ਪਿੱਛੇ ਚਲਾ ਗਿਆ। ਆਖਿਰ ਦੇਖਾਂ ਤਾਂ ਸਹੀ ਮੇਰੀ ਪਤਨੀ ਕਿੱਥੇ ਜਾ ਰਹੀ ਹੈ। ਮੈਂ ਵੀ ਦੱਬੇ ਪੈਰੀਂ ਉਸਦਾ ਪਿੱਛਾ ਕਰਨ ਲੱਗਾ। ਉਹ ਛੱਤ 'ਤੇ ਜਾ ਰਹੀ ਸੀ। ਮੈਂ ਵੀ ਜਲਦੀ ਨਾਲ ਛੱਤ 'ਤੇ ਚੜ੍ਹ ਗਿਆ, ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਂ ਚੌਂਕ ਗਿਆ। ਛੱਤ 'ਤੇ ਇੱਕ ਮੁੰਡਾ ਖੜਾ ਸੀ। ਰਜਨੀ ਉਸ ਨੂੰ ਕਹਿਣ ਲੱਗੀ ਕਿ ਮੈਂ ਆਪਣੇ ਸਾਰੇ ਗਹਿਣੇ ਤੇ ਪੈਸੇ ਇਸ ਕਾਲੇ ਬੈਗ ਵਿੱਚ ਰੱਖ ਦਿੱਤੇ ਹਨ। ਹੁਣ ਮੇਰਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ, ਕਿਉਂਕਿ ਮੇਰੇ ਵਿਆਹ ਨੂੰ ਵੀ 40 ਦਿਨ ਹੋਣ ਵਾਲੇ ਹਨ। ਫਿਰ ਹੁਣ ਤਾਂ ਘਰ ਵਿੱਚ ਇੱਕ ਨਰਸ ਵੀ ਆ ਗਈ ਹੈ। ਮੈਂ ਹੁਣ ਨਾ ਤਾਂ ਤੈਨੂੰ ਦਿਨ ਵਕਤ ਮਿਲ ਸਕਦੀ ਹਾਂ ਤੇ ਨਾ ਹੀ ਰਾਤ ਨੂੰ। ਅੱਜ ਵੀ ਇਸ ਨਰਸ ਨੇ ਮੇਰੇ ਪਤੀ ਨੂੰ ਸ਼ਿਕਾਇਤ ਕੀਤੀ ਕਿ ਮੈਂ ਪੂਰੇ ਦਿਨ ਤੁਹਾਡੀ ਪਤਨੀ ਨੂੰ ਘਰ ਵਿੱਚ ਨਹੀਂ ਦੇਖਿਆ। ਇੰਨਾ ਸ਼ੁਕਰ ਹੈ ਕਿ ਉਸ ਨੂੰ ਪਤਾ ਨਹੀਂ ਚੱਲਿਆ ਕਿ ਮੈਂ ਤੇਰੇ ਨਾਲ ਛੱਤ 'ਤੇ ਸੀ। ਹੁਣ ਚੱਲ ਇੱਥੋਂ ਭੱਜ ਚੱਲਦੇ ਹਾਂ। ਉਹ ਮੁੰਡਾ ਕਹਿਣ ਲੱਗਿਆ, ਹਾਂ, ਇਹ ਬੈਗ ਮੈਨੂੰ ਦੇ ਦੇ। ਇਸ ਤੋਂ ਪਹਿਲਾਂ ਕਿ ਰਜਨੀ ਉਸ ਮੁੰਡੇ ਨੂੰ ਉਹ ਬੈਗ ਦੇ ਦਿੰਦੀ, ਮੈਂ ਝੱਟ ਤੋਂ ਉਸ ਦੇ ਹੱਥ ਵਿੱਚੋਂ ਬੈਗ ਖੋਹ ਲਿਆ। ਰਜਨੀ ਮੈਨੂੰ ਦੇਖ ਕੇ ਬਹੁਤ ਡਰ ਗਈ ਸੀ। ਉਸ ਨੂੰ ਕੁਝ ਸਮਝ ਨਹੀਂ ਆਇਆ, ਇਸੇ ਲਈ ਉਹ ਉਸ ਰੱਸੀ ਨੂੰ ਫੜ ਕੇ ਛੱਤ ਤੋਂ ਨੀਚੇ ਉਤਰਨ ਦੀ ਕੋਸ਼ਿਸ਼ ਕਰਨ ਲੱਗੀ, ਜਿਸ ਤੋਂ ਚੜ੍ਹ ਕੇ ਉਹ ਮੁੰਡਾ ਛੱਤ 'ਤੇ ਆਇਆ ਸੀ। ਪਰ ਰੱਸੀ 'ਤੇ ਉਸ ਦੀ ਪਕੜ ਮਜ਼ਬੂਤ ਨਹੀਂ ਹੋਈ, ਜਿਸ ਦੇ ਕਾਰਨ ਉਹ ਨੀਚੇ ਡਿੱਗ ਪਈ ਤੇ ਉਸ ਦੇ ਪੈਰ ਦੀ ਹੱਡੀ ਟੁੱਟ ਗਈ। ਮੈਂ ਉਸ ਮੁੰਡੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੜੀ ਚਲਾਕੀ ਦੇ ਨਾਲ ਛੱਤ ਤੋਂ ਕੁੱਦ ਕੇ ਨੀਚੇ ਚਲਾ ਗਿਆ। ਮੈਂ ਨੀਚੇ ਉਤਰ ਕੇ ਰਜਨੀ ਦੇ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਤਲਾਕ ਦਿੰਦਾ ਹਾਂ। ਮੈਂ ਉਸ ਨੂੰ ਕਿਹਾ ਕਿ ਮੇਰਾ ਦਿਲ ਤਾਂ ਚਾਹ ਰਿਹਾ ਹੈ ਕਿ ਮੈਂ ਰੌਲਾ ਪਾ ਕੇ ਸਾਰੇ ਮੁਹੱਲੇ ਵਾਲਿਆਂ ਨੂੰ ਇਕੱਠਾ ਕਰ ਲਵਾਂ ਤੇ ਉਹਨਾਂ ਨੂੰ ਦੱਸਾਂ ਕਿ ਦੇਖੋ ਮੇਰੀ ਪਤਨੀ ਆਪਣੇ ਆਸ਼ਿਕ ਦੇ ਨਾਲ ਭੱਜਦੀ ਕਿਵੇਂ ਨੀਚੇ ਡਿੱਗ ਪਈ ਹੈ ਤੇ ਉਸ ਦਾ ਆਸ਼ਿਕ ਉਸ ਨੂੰ ਛੱਡ ਕੇ ਭੱਜ ਗਿਆ ਹੈ। ਉਹ ਰੋਣ ਲੱਗੀ। ਮੈਂ ਕਿਹਾ, ਮੈਨੂੰ ਸੱਚ-ਸੱਚ ਦੱਸ, ਕੀ ਤੂੰ ਸੱਚਮੁੱਚ ਹੀ ਪੂਜਾ ਪਾਠ ਕਰਦੀ ਸੀ ਜਾਂ ਮੇਰੇ ਸਾਹਮਣੇ ਹੀ ਪੂਜਾ ਪਾਠ ਕਰਨ ਦਾ ਨਾਟਕ ਕਰਦੀ ਸੀ?
ਉਹ ਰੋਂਦੇ ਹੋਏ ਕਹਿਣ ਲੱਗੀ, ਜੇ ਮੈਂ ਪ੍ਰਮਾਤਮਾ ਦੀ ਇੰਨੀ ਹੀ ਭਗਤ ਹੁੰਦੀ ਤਾਂ ਇਹ ਸਭ ਕਿਉਂ ਕਰਦੀ। ਅੱਜ ਤੱਕ ਮੈਂ ਜੋ ਵੀ ਤੈਨੂੰ ਕਿਹਾ ਉਹ ਸਭ ਝੂਠ ਸੀ। ਦਰਅਸਲ ਮੈਂ ਰੋਹਿਤ ਨੂੰ ਪਿਆਰ ਕਰਦੀ ਸੀ ਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਇਸ ਵਿੱਚ ਹੀ ਤੇਰਾ ਰਿਸ਼ਤਾ ਆ ਗਿਆ ਤੇ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਤੇਰੇ ਨਾਲ ਕਰਵਾ ਦਿੱਤਾ। ਰੋਹਿਤ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਤੋਂ ਦੂਰ ਰਹਾਂ। ਜੇ ਤੁਸੀਂ ਮੈਨੂੰ ਹੱਥ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਇਸ ਲਈ ਤੇਰੇ ਤੋਂ ਦੂਰ ਰਹਿਣ ਦੇ ਲਈ ਮੈਂ ਕਦੇ-ਕਦੇ ਪੂਜਾ ਪਾਠ ਦਾ ਨਾਟਕ ਕਰਦੀ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਪੂਜਾ ਪਾਠ ਦੇ ਨਾਮ 'ਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਬਹੁਤ ਆਸਾਨ ਹੈ। ਇਸ ਲਈ ਮੈਂ ਵੀ ਅਜਿਹਾ ਹੀ ਕੀਤਾ। ਉਸ ਦੀ ਗੱਲ ਸੁਣ ਕੇ ਮੈਨੂੰ ਹਾਸੀ ਆ ਗਈ। ਮੈਂ ਉਸ ਨੂੰ ਕਿਹਾ ਕਿ ਤੇਰੇ 'ਤੇ ਜਾਨ ਦੇਣ ਵਾਲਾ ਤਾਂ ਤੈਨੂੰ ਇਸ ਹਾਲ ਵਿੱਚ ਛੱਡ ਕੇ ਭੱਜ ਗਿਆ ਹੈ। ਹੋਰ ਬਹਿਸ ਕਰਨ ਦੀ ਬਜਾਏ ਮੈਂ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ ਤੇ ਉਸਦੇ ਮਾਤਾ-ਪਿਤਾ ਨੂੰ ਫੋਨ ਕਰਕੇ ਉੱਥੇ ਹਸਪਤਾਲ ਵਿੱਚ ਹੀ ਬੁਲਾਇਆ ਸੀ। ਮੈਂ ਰਜਨੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਪ੍ਰਮਾਤਮਾ ਦੇ ਨਾਮ 'ਤੇ ਕਿਸੇ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਕਰੀਂ। ਹੁਣ ਜੇ ਤੇਰੇ ਮਾਤਾ-ਪਿਤਾ ਨੂੰ ਪਤਾ ਚੱਲੇਗਾ ਕਿ ਉਹਨਾਂ ਦੀ ਬੇਟੀ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਛੱਡ ਕੇ ਆਪਣੇ ਆਸ਼ਿਕ ਦੇ ਨਾਲ ਮਿਲਦੀ ਰਹੀ ਹੈ, ਤਾਂ ਸੋਚ ਤੇਰਾ ਕੀ ਹਾਲ ਹੋਵੇਗਾ। ਮੇਰੀਆਂ ਗੱਲਾਂ ਸੁਣ ਕੇ ਰਜਨੀ ਰੋਣ ਲੱਗੀ। ਮੈਂ ਹਸਪਤਾਲ ਵਿੱਚੋਂ ਬਾਹਰ ਨਿਕਲ ਕੇ ਇਹ ਸੋਚਣ ਲੱਗਿਆ ਕਿ ਜਿਹੜੇ ਲੋਕ ਹੱਦ ਤੋਂ ਜ਼ਿਆਦਾ ਚੰਗੇ ਦਿਖਦੇ ਹਨ, ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜਾ ਇਨਸਾਨ ਚੰਗਾ ਹੁੰਦਾ ਹੈ ਉਹ ਸਭ ਦੇ ਸਾਹਮਣੇ ਆਪਣੀ ਚੰਗਿਆਈ ਦਾ ਢਿੰਡੋਰਾ ਨਹੀਂ ਪਿੱਟਦਾ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।